ਸਭ ਨੂੰ ਜੈਮਸੀ ਦੀ ਇੱਕ ਵਾਰ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਇੱਕ ਵਾਰੀ ਫੇਰ ਤੁਸੀਂ ਆਪਾਂ ਬਾਈਬਲ ਸਟੱਡੀ ਵਿੱਚ ਇਕੱਠੇ ਹੋਏ ਹਾਂ ਔਰ ਅੱਜ ਆਪਾਂ ਬਾਈਬਲ ਸਟੱਡੀ ਕੁਝ ਸਵਾਲ ਆਏ ਹਨ ਉਹਨਾਂ ਬਾਰੇ ਕਰਾਂਗੇ। ਇੱਕ ਸਵਾਲ ਆਇਆ ਸੀਗਾ ਵੀ ਜਦੋਂ ਆਪਾਂ ਪੁਰਾਣਾ ਨੇਮ ਪੜ੍ਹਦੇ ਹਾਂ ਉਹਦੇ ਵਿੱਚ ਰੱਬ ਕਹਿੰਦਾ ਲੋਕਾਂ ਨੂੰ ਜਦੋਂ ਇਜ਼ਰਾਈਲ ਨੂੰ ਇਜਿਪਟ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ, ਉੱਥੇ ਰੱਬ ਕਹਿੰਦਾ ਆ ਉਹ ਜਿੱਥੇ ਇਜ਼ਰਾਈਲ ਨੂੰ ਲੈ ਕੇ ਜਾਣਾ, ਦੇਸ਼ ਦੇ ਵਿੱਚ ਇਜ਼ਰਾਈਲ ਦੇਣਾ ਆ, ਉੱਥੇ ਦੇ ਸਾਰੇ ਲੋਕਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ ਮਾਰ ਦਿਓ। ਅਤੇ ਇੱਕ ਸਵਾਲ ਫਿਰ ਆਉਂਦਾ ਵੀ ਰੱਬ ਇਸ ਤਰ੍ਹਾਂ ਇੰਨਾ ਜ਼ੁਲਮ ਕਿਉਂ ਕਰਦਾ ਆ? ਆਪਾਂ ਤਾਂ ਇਹ ਕਹਿੰਦੇ ਹਾਂ ਵੀ ਰੱਬ ਬੜਾ ਦਿਆਲੂ, ਕਿਰਪਾਲੂ, ਕਿਰਪਾ ਕਰਨ ਵਾਲਾ ਆ, ਅਤੇ ਫਿਰ ਇਹ ਇਸ ਤਰ੍ਹਾਂ ਕਿਉਂ ਹੁੰਦਾ ਆ? ਕਿਉਂ ਰੱਬ ਇੰਨਾ ਮਾਰਨ, ਇੰਨਾ ਕਹਿੰਦਾ ਇੱਦਾਂ ਸਭ ਨੂੰ ਮਾਰ ਦਿਓ? ਆਪਾਂ ਵੱਖਰੇ ਵੱਖਰੇ ਪਹਿਲੂਆਂ ਤੋਂ ਦੇਖਦੇ ਹਾਂ ਜੀ ਇਹਦੇ ਬਾਰੇ। ਵਚਨ ਦੇ ਵਿੱਚੋਂ ਹੀ ਜਵਾਬ ਦੇਖਾਂਗੇ ਵਚਨ ਇਹਦੇ ਬਾਰੇ ਕੀ ਕਹਿੰਦਾ ਆ, ਔਰ ਵਚਨ ਖੁਦ ਹੀ ਆਪਾਂ ਨੂੰ ਜਵਾਬ ਦੇਗਾ। ਵੱਖਰੇ ਵੱਖਰੇ ਐਂਗਲਸ ਤੋਂ ਦੇਖਦੇ ਹਾਂ। ਇਹ ਹਰ ਗੱਲ ਦਾ ਜਵਾਬ ਬਾਈਬਲ ਦੇ ਵਿੱਚ ਹੈ ਔਰ ਇਸ ਗੱਲ ਦਾ ਵੀ ਆਪਾਂ ਜਵਾਬ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਰੋਮੀਆਂ ਦੀ ਪੱਤਰੀ ਉਹਦੇ ਵਿੱਚ ਹੈ 9:14 ਤੋਂ 24 ਦੇ ਵਿੱਚ ਦੇਖਦੇ ਹਾਂ। ਉਹਦੇ ਵਿੱਚ ਲਿਖਿਆ ਹੈ, ਪੰਜਾਬੀ 'ਚ ਪੜ੍ਹਦੇ ਹਾਂ ਜੀ। ਉਹਦੇ ਵਿੱਚ ਲਿਖਿਆ, ਇਸ ਤੋਂ ਅਸੀਂ ਕੀ ਸਮਝੀਏ ਕਿ ਪਰਮੇਸ਼ਵਰ ਅਨਿਆਏ ਹੈ ਕਿ ਉਹ ਕਿਉਂ ਜਦੋਂ ਉਹ ਇਸ ਤਰ੍ਹਾਂ ਕਰਦਾ ਕਿ ਅਨਿਆਏ ਹੈ? ਨਹੀਂ, ਬਿਲਕੁਲ ਨਹੀਂ, ਕਿਉਂਕਿ ਉਸਨੇ ਮੂਸਾ ਨੂੰ ਕਿਹਾ ਜਿਸ 'ਤੇ ਮੈਂ ਕਿਰਪਾ ਕਰਨਾ ਚਾਹਾਂ ਉਸ 'ਤੇ ਕਿਰਪਾ ਕਰਾਂਗਾ ਅਤੇ ਜਿਸ 'ਤੇ ਦਇਆ ਕਰਨੀ ਚਾਹਾਂ ਉਸ 'ਤੇ ਦਇਆ ਕਰਾਂਗਾ। ਸੋ ਇਸੇ ਤਰ੍ਹਾਂ ਇਹ ਸਭ ਆਦਮੀ ਦੀ ਇੱਛਾ ਜਾਂ ਯਤਨਾਂ 'ਤੇ ਨਿਰਭਰ ਨਹੀਂ ਹੈ, ਸਗੋਂ ਪਰਮੇਸ਼ਵਰ ਦੀ ਇੱਛਾ 'ਤੇ ਨਿਰਭਰ ਹੈ। ਜਿਸ ਤਰ੍ਹਾਂ ਧਰਮ ਗ੍ਰੰਥ ਫਰਮਾਉਂਦੇ ਹਨ, ਮੈਂ ਤੈਨੂੰ ਰਾਜੇ ਇਸੇ ਉਦੇਸ਼ ਲਈ ਬਣਾਇਆ ਕਿ ਇਸੇ ਤਰ੍ਹਾਂ ਕਿ ਤੇਰੇ ਰਾਹੀਂ ਮੇਰੀ ਸ਼ਕਤੀ ਪ੍ਰਗਟ ਹੋਵੇ। ਅਤੇ ਇਹ ਕਹਿ ਰਿਹਾ ਹੈਗਾ ਆ ਆਪਣੇ ਫਿਰੌਨ ਨੂੰ, ਇਜਿਪਟ ਨੂੰ, ਆਪਣੇ ਮਿਸਰ ਨੂੰ, ਉਹਦੇ ਰਾਜੇ ਨੂੰ ਕਹਿ ਰਿਹਾ ਹੋਵੇ, ਅਤੇ ਮੇਰੇ ਨਾਂ ਨੂੰ ਸਾਰੇ ਸੰਸਾਰ ਜਾਣ ਸਕੇ। ਇਹ ਸਭ ਦਾ ਸਾਰ ਇਹ ਹੈ ਕਿ ਪਰਮੇਸ਼ਵਰ ਜਿਸ 'ਤੇ ਚਾਹੁੰਦਾ ਹੈ ਕਿਰਪਾ ਕਰਦਾ ਹੈ ਅਤੇ ਜਿਸ ਨੂੰ ਉਹ ਚਾਹੁੰਦਾ ਹੈ ਹੱਠ ਧਰਮੀ ਬਣਾਉਂਦਾ ਹੈ। ਹਾਂਜੀ, ਅਤੇ ਫਿਰ ਅੱਗੇ ਲਿਖਿਆ ਹੈਗਾ, ਆਪਾਂ ਇਹ 24 ਆਪਾਂ ਪੜ੍ਹਦੇ ਅੱਗੇ ਪੜ੍ਹੀ ਜਾਂਦੇ ਹਾਂ ਇਹ 24 ਤੱਕ। ਹੋ ਸਕਦਾ ਹੈ ਤੁਹਾਡੇ ਵਿੱਚ ਕੋਈ ਮੇਰੇ ਤੋਂ ਪੁੱਛੇ, ਜੇ ਇਸ ਤਰ੍ਹਾਂ ਹੀ ਹੈ ਤਾਂ ਫਿਰ ਪਰਮੇਸ਼ਵਰ ਆਦਮੀ 'ਤੇ ਦੋਸ਼ ਕਿਸ ਤਰ੍ਹਾਂ ਲਾ ਸਕਦਾ ਹੈ? ਕਿਉਂਕਿ ਪਰਮੇਸ਼ਰ ਦੀ ਇੱਛਾ ਦਾ ਵਿਰੋਧ ਕੌਣ ਕਰ ਸਕਦਾ ਹੈ? ਪਰ ਤੂੰ ਕੌਣ ਹੈ? ਅੱਗੇ ਲਿਖਿਆ ਹੈ, ਤੂੰ ਕੌਣ ਹੈ ਮੇਰੇ ਮਿੱਤਰ ਪਰਮੇਸ਼ਰ ਤੋਂ ਪੁੱਛਣ ਵਾਲਾ? ਤੂੰ ਤਾਂ ਕੇਵਲ ਇੱਕ ਮਨੁੱਖ ਹੀ ਹਾਂ, ਇੱਕ ਮਿੱਟੀ ਦਾ ਭਾਂਡਾ। ਕਦੀ ਘੁਮਿਆਰ ਨੂੰ ਇਹ ਕਹਿੰਦਾ ਹੈ ਕਿ ਤੂੰ ਮੈਨੂੰ ਕਿਸ ਤਰ੍ਹਾਂ ਕਿਉਂ ਬਣਾਉਣਾ ਹੈ? ਕਦੀ ਮਿੱਟੀ ਦਾ ਭਾਂਡਾ ਘੁਮਿਆਰ ਨੂੰ ਕਹਿੰਦਾ ਵੀ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਉਣਾ, ਉਸ ਤਰ੍ਹਾਂ ਕਿਉਂ ਬਣਾਉਣਾ? ਹਾਂਜੀ, ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਉਹ ਕਿਸ ਤਰ੍ਹਾਂ ਦੀ ਮਿੱਟੀ ਤੋਂ ਦੋ ਤਰ੍ਹਾਂ ਦੇ ਭਾਂਡੇ ਬਣਾਏ, ਇੱਕ ਮਹਿੰਗਾ ਅਤੇ ਇੱਕ ਦੂਜਾ ਸਸਤਾ? ਅਤੇ ਇਹ ਘੁਮਿਆਰ ਦੀ ਮਰਜ਼ੀ ਆ, ਉਹ ਮਿੱਟੀ ਤੋਂ ਜਿਸ ਤਰ੍ਹਾਂ ਦਾ ਭਾਂਡਾ ਬਣਾਉਣਾ ਚਾਹੇ, ਜੋ ਕੁਛ ਵੀ ਕਰਨਾ ਚਾਹਵੇ, ਹਾਂਜੀ, ਉਹ ਕਰ ਸਕਦਾ ਆ। ਅਤੇ ਇਹ ਕਹਿੰਦਾ ਅਸੀਂ ਇਹ ਪੁੱਛਣ ਵਾਲੇ ਕੌਣ ਹੁੰਦੇ ਹਾਂ, ਰੱਬ ਨੂੰ ਕਿਸ ਤਰ੍ਹਾਂ ਕਰਦਾ, ਉਹ ਕਿਉਂ ਕਰਦਾ? ਭਾਂਡਾ ਘੁਮਿਆਰ ਨੂੰ ਨਹੀਂ ਪੁੱਛ ਸਕਦਾ ਅਤੇ ਅਸੀਂ ਰੱਬ ਨੂੰ ਨਹੀਂ ਪੁੱਛ ਸਕਦੇ ਵੀ ਇਸ ਤਰ੍ਹਾਂ ਕਿਉਂ, ਉਸ ਤਰ੍ਹਾਂ ਕਿਉਂ? ਸਾਰੀ ਸ੍ਰਿਸ਼ਟੀ ਰੱਬ ਦੇ ਲਈ ਇੱਕ ਇਨਸਾਨ ਮਿੱਟੀ ਦੀ ਤਰ੍ਹਾਂ ਬਣਾਈ ਗਈ ਹੈ ਨਾ। ਅਤੇ ਅੱਗੇ ਲਿਖਿਆ ਹੈ, ਇਹਦੀ ਪਰਮੇਸ਼ਵਰ ਨੇ ਕਿਤੇ ਬਾਰੇ, ਇਹ ਹੀ ਪਰਮੇਸ਼ਵਰ ਦੀ ਕਿਤੇ ਬਾਰੇ ਵੀ ਸੋਚ ਹੈ। ਉਹ ਆਪਣੀ ਦੈਵੀ ਸਜ਼ਾ ਅਤੇ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਹਾਂਜੀ, ਇਸੇ ਲਈ ਉਹਨੇ ਉਹਨਾਂ ਨੂੰ ਧੀਰਜ ਨਾਲ ਸਹਿਣ ਕੀਤਾ। ਦੂਜੇ ਦੈਵੀ ਸਜ਼ਾ ਦੇ ਹੱਕਦਾਰ ਬਣੇ। ਇੱਕ ਨੂੰ ਉਹ ਸਹਿਣ ਕਰਦਾ, ਦੂਸਰੇ ਨੂੰ ਹੱਕਦਾਰ ਬਣਾਉਂਦਾ। ਹਾਂਜੀ, ਉਹਦੀ ਮਰਜ਼ੀ ਆ। ਹਾਂਜੀ, ਅਤੇ ਇਹ ਉਹਦੇ ਇਸ ਲਈ ਕੀਤਾ ਕਿ ਉਹ ਆਪਣੇ ਅਪਾਰ ਮਹਿਮਾ ਨੂੰ ਆਪਣੇ ਚਾਹੁਣਿਆਂ ਹੋਇਆਂ 'ਤੇ ਪ੍ਰਗਟ ਕਰੇ, ਜਿਨ੍ਹਾਂ ਨੂੰ ਉਸਨੇ ਆਪਣੀ ਮਹਿਮਾ ਦੇ ਲਈ ਪਹਿਲਾਂ ਤੋਂ ਹੀ ਨਿਯੁਕਤ ਕੀਤਾ ਹੈ। ਹਾਂਜੀ, ਇਹ ਚੁਣੇ ਹੋਏ ਅਸੀਂ ਹੀ ਹਾਂ ਜਿਸ ਨੂੰ ਉਸਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਦੂਜੀਆਂ ਕੌਮਾਂ ਵਿੱਚੋਂ ਵੀ ਸੱਦਿਆ ਹੈ।
ਤੇ ਉਹ ਜਿਨ੍ਹਾਂ ਨੂੰ ਇਹੀ ਚੁਣਦਾ ਆ ਉਹਦੀ ਮਰਜ਼ੀ ਆ। ਹਾਂਜੀ, ਇੱਥੇ ਆਪਾਂ ਇਹ ਸਾਫ਼-ਸਾਫ਼ ਦੇਖਦੇ ਹੈਗੇ ਆ ਵੀ ਜਿਸ 'ਤੇ ਰੱਬ ਚਾਹੇ ਉਹ ਦਇਆ ਕਰਦਾ ਆ। ਤੇ ਅਸੀਂ ਇੱਕ ਮਿੱਟੀ ਦੇ ਭਾਂਡੇ ਦੀ ਤਰ੍ਹਾਂ ਹੀ ਆ। ਹਾਂਜੀ, ਤੇ ਅਸੀਂ ਇੱਕ ਮਿੱਟੀ ਦਾ ਭਾਂਡਾ ਅਗਰ ਰੱਬ ਨੂੰ ਇਹ ਪੁੱਛੇ ਬਈ ਆਹ ਇਸ ਤਰ੍ਹਾਂ ਕਿਉਂ ਕਰਦਾ ਆ, ਕਿਉਂ ਕੀਤਾ ਆ, ਤੇ ਆਪਾਂ ਇਹੋ ਜਿਹਾ ਕੁਛ ਨਹੀਂ ਕਰ ਸਕਦੇ। ਆਪਾਂ ਹੋਰ ਵੀ ਬੱਚਿਆਂ ਨੂੰ ਪੜ੍ਹਦੇ ਹੈਗੇ ਆ, ਉਹਦੇ ਵਿੱਚ ਵੀ ਕੁਛ ਇਹੋ ਜਿਹੀਆਂ ਗੱਲਾਂ ਲਿਖੀਆਂ ਹੈ। ਇਹ ਉਸ ਤੋਂ ਬਾਅਦ ਵੀ ਹੋਰ ਵੀ ਵੱਖਰੇ ਵੱਖਰੇ ਪਹਿਲੂਆਂ ਤੋਂ ਆਪਾਂ ਦੇਖਾਂਗੇ ਕਿ ਵਚਨ ਸਾਨੂੰ ਕੀ ਦੱਸਦਾ ਹੈ, ਉਸ ਦਾ ਜਵਾਬ ਵੀ ਲੱਭਾਂਗੇ। ਤੇ ਪਰ ਸਾਡੇ ਕੋਲ ਕੀ ਇਹ ਹੱਕ ਹੈ ਕਿ ਅਸੀਂ ਰੱਬ ਨੂੰ ਇਹ ਸਵਾਲ ਕਰ ਸਕੀਏ? ਇਸ ਦੇ ਬਾਰੇ ਪੁੱਛਦੇ ਹੈਗੇ। ਅੱਗੇ ਆਪਾਂ ਪੜ੍ਹਦੇ ਹੈਗੇ ਆਪਣੇ ਜਰਮਾਇਆ ਦਾ ਖਤ ਪੜ੍ਹਦੇ। ਜਰਮਾਇਆ ਦਾ ਜਿਹੜਾ ਹੈਗਾ ਜਰਮਾਇਆ ਨਬੀ ਦਾ, ਉਹਦੇ ਬਾਰੇ ਪੜ੍ਹਦੇ ਹਾਂ। ਉਹਦੇ ਵਿੱਚ ਕੀ ਲਿਖਿਆ ਹੈ? ਜਰਮਾਇਆ ਆਪਾਂ ਪੜ੍ਹਦੇ ਹਾਂ 18 ਦੀ ਕੁਛ ਪਹਿਲੀਆਂ ਆਇਤਾਂ ਪੜ੍ਹਦੇ ਹਾਂ। ਉਹਦੇ ਵਿੱਚ ਲਿਖਿਆ ਹੈ ਕੁਛ, ਜਰਮਾਇਆ 18 ਦੇ ਵਿੱਚ ਪਹਿਲੀਆਂ ਕੁਛ ਆਇਤਾਂ ਹੈਗੀਆਂ, ਉਹਦੇ ਵਿੱਚ ਪੜ੍ਹਦੇ ਹਾਂ। ਜਰਮਾਇਆ ਘੁਮਿਆਰ ਦੇ ਘਰ ਗਿਆ, ਉਹਦੇ ਵਿੱਚ ਲਿਖਿਆ ਹੈਗਾ, ਪਰ ਤਦ ਪ੍ਰਭੂ ਨੇ ਮੈਨੂੰ ਕਿਹਾ ਤੂੰ ਘੁਮਿਆਰ ਦੇ ਘਰ ਜਾ। ਇਹ ਜਰਮਾਇਆ ਕਹਿ ਰਿਹਾ, ਉਹ ਪਰਮੇਸ਼ਵਰ ਉਸ ਨਾਲ ਗੱਲਬਾਤ ਕਰ ਰਿਹਾ। ਤੂੰ ਕਹਿੰਦਾ ਘੁਮਿਆਰ ਦੇ ਘਰ ਜਾ, ਮੈਂ ਤੈਨੂੰ ਉੱਥੇ ਆਪਣਾ ਸੰਦੇਸ਼ ਦੇਵਾਂਗਾ ਉਹਦੇ ਘਰ ਜਾ ਕੇ। ਹਾਂਜੀ, ਸੋ ਮੈਂ ਉਹਦੇ ਘਰ ਗਿਆ ਅਤੇ ਘੁਮਿਆਰ ਨੂੰ ਆਪਣੇ ਚੱਕੇ ਉੱਤੇ ਕੰਮ ਕਰਦਿਆਂ ਦੇਖਿਆ। ਜਦੋਂ ਕੋਈ ਭਾਂਡਾ ਠੀਕ ਨਹੀਂ ਬਣਿਆ ਸੀ ਤਾਂ ਉਸ ਨੂੰ ਭਾਂਡੇ ਵਾਲੀ ਮਿੱਟੀ ਨੂੰ ਲੈ ਕੇ ਦੂਜਾ ਭਾਂਡਾ ਬਣਾ ਦਿੱਤਾ ਸੀ। ਤੇ ਫਿਰ ਅੱਗੇ ਲਿਖਿਆ ਹੈ, ਪਰ ਜਦੋਂ ਘੁਮਿਆਰ ਨੂੰ ਨਹੀਂ ਚੰਗਾ ਲੱਗਿਆ ਭਾਂਡਾ ਉਹ ਬਣਿਆ, ਕੁਛ ਸ਼ੇਪ ਨਹੀਂ ਚੰਗੀ ਲੱਗੀ, ਵਿੱਚੇ ਉਹਨੂੰ ਤੋੜ ਫੋੜ ਕਰਕੇ ਨਵਾਂ ਭਾਂਡਾ ਉਹ ਮਿੱਟੀ ਦਾ ਬਣਾਤਾ ਉਹਨੇ। ਫਿਰ ਉੱਥੋਂ ਫਿਰ ਉਹ ਪ੍ਰਭੂ ਕਹਿੰਦਾ, ਪ੍ਰਭੂ ਨੇ ਮੈਨੂੰ ਫਿਰ ਕਿਹਾ ਕਿ ਇਜ਼ਰਾਈਲ ਦੇ ਲੋਕੋ, ਮੇਰਾ ਇਹ ਘੁਮਿਆਰ ਦੀ ਮਿੱਟੀ ਵਾਂਗ ਤੁਹਾਡੇ ਉੱਤੇ ਅਧਿਕਾਰ ਨਹੀਂ ਹੈ। ਤੁਸੀਂ ਮੇਰੇ ਲਈ ਉਸੇ ਤਰ੍ਹਾਂ ਹੀ ਹੋ ਜਿਸ ਤਰ੍ਹਾਂ ਘੁਮਿਆਰ ਦੇ ਹੱਥ ਮਿੱਟੀ ਹੈ। ਤੇ ਅਸੀਂ ਉਸੇ ਤਰ੍ਹਾਂ ਦੇ ਹੀ ਹਾਂ ਜਿੱਦਾਂ ਘੁਮਿਆਰ ਦੇ ਹੱਥ ਮਿੱਟੀ ਆ, ਇਸੇ ਤਰ੍ਹਾਂ ਅਸੀਂ ਰੱਬ ਦੇ ਹੱਥ ਵਿੱਚ ਉਸੇ ਤਰ੍ਹਾਂ ਹੀ ਹਾਂ। ਹਾਂਜੀ, ਤੇ ਉਸ ਦੀ ਮਰਜ਼ੀ ਆ। ਜੇਕਰ ਕਿਸੇ ਵੇਲੇ ਮੈਂ ਰਾਜ ਜਾਂ ਕੌਮ ਨੂੰ ਤੋੜਨ ਜਾਂ ਨਾਸ਼ ਕਰਨ ਦਾ ਫੈਸਲਾ ਕਰਾਂ, ਉਹ ਕਿਸੇ ਕੌਮ ਨੂੰ ਨਾਸ਼ ਕਰਨ ਦਾ ਫੈਸਲਾ ਕਰਾਂ, ਪਰ ਫਿਰ ਵੀ ਕੌਮ ਬੁਰਾਈ ਕਰਨੀ ਛੱਡ ਦੇਵੇ, ਤਾਂ ਮੈਂ ਵੀ ਆਪਣਾ ਫੈਸਲਾ ਬਦਲ ਦੇਵਾਂਗਾ। ਤੇ ਇੱਥੇ ਆਪਾਂ ਦੇਖਦੇ ਘੁਮਿਆਰ ਦੀ ਤਰ੍ਹਾਂ ਹੀ ਹੈ ਇਨਸਾਨ। ਉਹਨੂੰ ਹੀ ਤੋੜਦਾ ਫੋੜਦਾ, ਜਿੱਦਾਂ ਘੁਮਿਆਰ ਨੂੰ ਭਾਂਡਾ ਨਹੀਂ ਚੰਗਾ ਲੱਗਿਆ ਤੇ ਉਹ ਘੁਮਿਆਰ ਉਸ ਮਿੱਟੀ ਨੂੰ ਤੋੜ ਕੇ ਨਵਾਂ ਭਾਂਡਾ ਬਣਾਉਂਦਾ। ਇਸੇ ਤਰ੍ਹਾਂ ਅਗਰ ਰੱਬ ਦੇ ਮੁਤਾਬਕ ਉਹ ਕੋਈ ਕੌਮ, ਕੋਈ ਸ਼ਹਿਰ, ਕੋਈ ਇਨਸਾਨ, ਕੰਟਰੀ ਨਹੀਂ ਹੈ, ਤਾਂ ਉਹ ਤੋੜ ਫੋੜ ਕਰਕੇ ਉਸ ਨੂੰ ਨਵਾਂ ਬਣਾ ਸਕਦਾ। ਪਰ ਇੱਥੇ ਮਿੱਟੀ ਜਿਹੜੀ ਆ ਉਹ ਬੋਲ ਨਹੀਂ ਸਕਦੀ, ਉਹਦੇ ਵਿੱਚ ਜਾਨ ਨਹੀਂ। ਇਨਸਾਨ ਨੂੰ ਰੱਬ ਨੇ ਸਮਝ ਦਿੱਤੀ ਆ। ਅਗਰ ਇਨਸਾਨ ਸਮਝ ਜਾਵੇ, ਰੱਬ ਲਿਖਿਆ ਅਗਰ ਸਮਝ ਜਾਵੇ, ਉਹ ਪਛਤਾਪ ਕਰੇ, ਤਾਂ ਉਹ ਉਸਨੂੰ ਇਹ ਆਪਣਾ ਫੈਸਲੇ ਉਸ ਨੂੰ ਤੋੜਨ ਦੇ ਕੰਮ ਨਹੀਂ ਕਰੇਗਾ। ਮੈਂ ਇਸ ਨੂੰ ਫਿਰ ਕਰਨਾ ਪੜਦਾ, ਜੇਕਰ ਕਿਸੇ ਵੇਲੇ ਮੈਂ ਰਾਜ ਜਾਂ ਕੌਮ ਨੂੰ ਤੋੜਨ ਦਾ, ਨਾਸ਼ ਕਰਨ ਦਾ ਫੈਸਲਾ ਕਰਾਂ, ਪਰ ਫਿਰ ਉਹ ਕੌਮ ਬੁਰਾਈ ਕਰਨੀ ਛੱਡ ਦੇਵੇ, ਤਾਂ ਮੈਂ ਵੀ ਆਪਣਾ ਫੈਸਲਾ ਬਦਲ ਦੇਵਾਂਗਾ। ਸਾਫ਼-ਸਾਫ਼ ਲਿਖਿਆ ਹੈ, ਉਹ ਫੈਸਲਾ ਬਦਲ ਸਕਦਾ ਆ। ਉਸ ਨੂੰ, ਰੱਬ ਨੂੰ ਕੋਈ ਸ਼ੌਕ ਨਹੀਂ ਹੈਗਾ ਕਿਸੇ ਨੂੰ ਖਾਮ-ਖਾ ਕਿਸੇ ਨੂੰ ਮਾਰਨ ਦਾ। ਰੱਬ ਨੇ ਸਾਨੂੰ ਬਣਾਇਆ। ਤੇ ਫਿਰ ਅੱਗੇ ਲਿਖਿਆ, ਦੂਜੇ ਸਾਰੇ, ਜੇਕਰ ਮੈਂ ਕਿਸੇ ਰਾਜੇ ਦਾ ਕੌਮ ਨੂੰ ਖੜਾ ਕਰਾਂ ਜਾਂ ਉਸਾਰਨ ਦਾ ਫੈਸਲਾ ਕਰਾਂ, ਤਾਂ ਉਹ ਵੀ ਉਹਦੇ ਹੱਥ ਵਿੱਚ ਹਨ। ਪਰ ਉਹ ਕੌਮ ਮੇਰੀ ਆਗਿਆ ਨੂੰ ਤੋੜ ਕੇ, ਫਿਰ ਜੇ ਕਿਸੇ ਹੋਰ ਨੂੰ ਖੜਾ ਕਰਦਾ ਵੀ ਆ, ਪਰ ਜੇ ਉਹ ਮੇਰੀ ਆਗਿਆ ਨੂੰ ਤੋੜ ਕੇ ਬੁਰਾਈ ਕਰੇ, ਤਾਂ ਮੈਂ ਆਪਣਾ ਫੈਸਲਾ ਅਨੁਸਾਰ ਨਹੀਂ ਕਰਾਂਗਾ। ਉਹ ਫਿਰ ਮੈਂ ਫਿਰ ਉਹ ਵੀ ਉਸਨੂੰ ਵੀ ਉਹ ਕਰ ਸਕਦਾ, ਤੋੜ ਸਕਦਾ। ਤੇ ਫਿਰ ਆਪਾਂ ਇਹ ਇਕੱਲਾ ਇੱਥੇ ਨਹੀਂ ਹੈਗਾ, ਇਹ ਰੱਬ ਨੇ ਸਾਨੂੰ ਬਾਰ-ਬਾਰ ਇਹ ਚੇਤਾਵਨੀ ਦਿੱਤੀ ਆ ਵੀ ਸਾਡੀ ਔਕਾਤ ਕੀ ਆ। ਹਾਂਜੀ, ਸਾਡੀ ਔਕਾਤ ਨੂੰ ਰੱਬ ਨੇ ਆਪਾਂ ਨੂੰ ਦਰਸਾਇਆ ਆ, ਬਾਰ-ਬਾਰ ਉਹ ਦੱਸਦਾ ਆ। ਤੇ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਆਪਾਂ ਆਪਣੀ ਔਕਾਤ ਕੀ ਆ। ਹੁਣ ਆਪਾਂ ਪੜ੍ਹਦੇ ਹੈਗੇ ਆ ਯਸਾਇਆ ਹੈਗੀ ਆ 29 ਦੀ 16ਵੀਂ ਆਇਤ ਪੜ੍ਹਦੇ ਹਾਂ। ਉਹਦੇ ਵਿੱਚ ਲਿਖਿਆ ਹੈ, ਇੱਕੋ ਹੀ ਆਇਤ ਹੈ ਉਹਦੇ ਵਿੱਚ,
ਇਜ਼ਾਇਆ 29 ਉਹਦੀ 29 ਦੀ 16ਵੀਂ ਆਇਤ ਵਿੱਚ ਲਿਖਿਆ ਹੈ, ਉਹ ਹਰ ਚੀਜ਼ ਨੂੰ ਉਲਟ ਕਰ ਦਿੰਦਾ ਹੈ। ਅਧਿਕ ਜ਼ਰੂਰੀ ਹੈ ਕਿ ਘੁਮਿਆਰ ਜਾਂ ਮਿੱਟੀ, ਹਾਂਜੀ, ਕੀ ਮਨੁੱਖ ਨੇ ਆਪਣੇ ਹੱਥਾਂ ਦੀ ਚੀਜ਼ ਉਸ ਨੂੰ ਕਹਿ ਸਕਦੀ ਹੈ ਕਿ ਤੂੰ ਮੈਨੂੰ ਨਹੀਂ ਬਣਾਇਆ, ਜਾਂ ਉਹ ਕਹਿ ਸਕਦੀ ਹੈ ਤੂੰ ਨਹੀਂ ਜਾਣਦਾ ਕਿ ਤੂੰ ਕੀ ਕਰ ਰਿਹਾ ਹੈ। ਕੀ ਚੀਜ਼ ਕਹਿ ਸਕਦੀ ਆ ਬਣਾਉਣ ਵਾਲੇ ਨੂੰ ਵੀ ਤੂੰ ਇਹ ਕੀ ਕਰ ਰਿਹਾ ਹੈ, ਹਾਂਜੀ। ਅਤੇ ਅਸੀਂ ਸਾਰਾ ਕੁਛ, ਹਰ ਇੱਕ ਇਨਸਾਨ, ਜੇ ਰੱਬ ਸਾਨੂੰ ਬਣਾਉਣੇ ਵਾਲਾ ਆ ਅਤੇ ਉਹਦੇ ਹੱਥਾਂ ਵਿੱਚ ਹੀ ਹੈ, ਅਤੇ ਉਹ ਸਾਨੂੰ ਜਿਸ ਤਰ੍ਹਾਂ ਦਾ ਵੀ ਬਣਾਉਣਾ ਚਾਹੇ ਉਹ ਬਣਾ ਸਕਦਾ ਆ, ਜਿਸ ਤਰ੍ਹਾਂ ਦਾ ਵੀ ਹੀ ਰਚਣਾ ਚਾਹੇ ਰਚ ਸਕਦਾ ਆ। ਅਤੇ ਆਪਾਂ ਇੱਕ ਹੋਰ ਯਸਾਇਆ ਦੀ 45 ਦੀ 9ਵੀਂ ਆਇਤ ਵੀ ਦੇਖਦੇ ਹਾਂ। ਉਸ ਵਿੱਚ ਲਿਖਿਆ ਹੈ, ਯਸਾਇਆ 45 ਦੀ 9ਵੀਂ ਆਇਤ, ਕੀ ਤੁਸੀਂ ਆਪਣੇ ਰਚਨਹਾਰ ਨਾਲ ਬਹਿਸ ਕਰ ਸਕਦੇ ਹੋ? ਕਿ ਅਸੀਂ ਆਪਣੇ ਰਚਨਹਾਰ ਦੇ ਨਾਲ ਬਹਿਸ ਕਰ ਸਕਦੇ ਹਾਂ ਵੀ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ, ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ, ਹਾਂਜੀ। ਕੀ ਘੜਾ ਘੁਮਿਆਰ ਨੂੰ ਪੁੱਛ ਸਕਦਾ ਹੈ? ਕੀ ਘੜਾ ਘੁਮਿਆਰ ਨੂੰ ਪੁੱਛ ਸਕਦਾ ਹੈ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ? ਨਹੀਂ ਪੁੱਛ ਸਕਦੇ ਨਾ। ਇਸੇ ਤਰ੍ਹਾਂ ਸਾਡੇ ਕੋਲ ਕੋਈ ਹੱਕ ਹੀ ਨਹੀਂ ਹੈਗਾ ਅਸੀਂ ਆਪਣੇ ਰਚਨਹਾਰ ਨੂੰ ਪੁੱਛੀਏ ਤੂੰ ਆਹ ਕਿਉਂ ਕੀਤਾ, ਆਹ ਕਾਹਤੇ ਕਰਦਾ, ਕਿੱਦਾਂ ਕਰਦਾ ਹੈ। ਕੀ ਮਿੱਟੀ ਘੁਮਿਆਰ ਨੂੰ ਕਹਿ ਸਕਦੀ ਹੈ ਕਿ ਤੂੰ ਕੀ ਕਰ ਰਿਹਾ ਹੈ, ਜਾਂ ਤੇਰੇ ਕੰਮ ਵਿੱਚ ਕੋਈ ਕਲਾ ਨਹੀਂ ਹੈ? ਅਤੇ ਮਿੱਟੀ ਘੁਮਿਆਰ ਨੂੰ ਕਹਿ ਸਕਦੀ ਆ ਆਹ ਭਾਂਡਾ ਤਾਂ ਬੜਾ ਵਧੀਆ ਨਹੀਂ ਤਾਂ ਬਣਾਇਆ, ਇਹਦੇ ਵਿੱਚ ਤਾਂ ਕੋਈ ਕਲਾਕਾਰੀ ਦਾ ਕੰਮ ਨਹੀਂ ਹੈਗਾ। ਅਤੇ ਆਪਣੀ ਔਕਾਤ ਸਿਰਫ ਅਤੇ ਸਿਰਫ ਇੱਥੇ ਹੀ ਆ। ਆਪਣਾ ਇਸ ਗੱਲ ਦਾ ਇਹ ਪੁੱਛਣ ਦਾ ਜਵਾਬ ਇੱਥੇ ਹੀ ਖਤਮ ਹੁੰਦਾ ਆ। ਪਰ ਜੋ ਕੁਛ ਰੱਬ ਕਰਦਾ ਆ ਕਿਸੇ ਵਜ੍ਹਾ ਲਈ ਕਰਦਾ ਆ, ਕਿਸੇ ਮਕਸਦ ਲਈ ਕਰਦਾ ਆ। ਇਹ ਰੱਬ ਦੀ ਦਇਆ ਹੈ, ਕਿਰਪਾ ਹੈ। ਫਿਰ ਵੀ ਇਸ ਦੇ ਬਾਵਜੂਦ ਵੀ ਉਹ ਇਨਸਾਨ ਜਿਹੜਾ ਆਪਣਾ ਰੱਬ ਆ ਉਹ ਆਪਣੇ ਵਚਨ ਦੁਆਰਾ ਸਾਨੂੰ ਦੱਸਦਾ ਹੈ, ਹਾਂਜੀ। ਅਤੇ ਕਿਉਂ ਇਹ ਸਾਰਾ ਕੁਛ ਕਰਦਾ ਹੈ, ਉਸ ਦੇ ਵਿੱਚ ਕੋਈ ਮਕਸਦ ਹੁੰਦਾ ਹੈ। ਅਤੇ ਫਿਰ ਆਪਾਂ ਦੇਖਦੇ ਹਾਂ ਇਨਸਾਨ ਦੇ ਬਾਰੇ ਵੀ ਦੇਖਦੇ ਹਾਂ। ਇਨਸਾਨ ਨੂੰ ਰੱਬ ਕਿਸ ਤਰ੍ਹਾਂ ਬਣਾਇਆ, ਕੀ ਹੈ। ਆਪਾਂ ਮਿੱਟੀ ਦੀ ਘੁਮਿਆਰ ਦੀ ਗੱਲ ਕੀਤੀ ਹੈ ਨਾ, ਅਤੇ ਜੇ ਆਪਾਂ ਦੇਖੀਏ ਉਤਪਤ ਜੈਨੇਸਿਸ 2:7 ਦੇ ਵਿੱਚ ਲਿਖਿਆ, ਹਾਂਜੀ। ਅਤੇ ਉੱਥੇ ਦੇਖਦੇ ਹਾਂ, ਆਪਾਂ ਪਹਿਲਾਂ ਮਿੱਟੀ ਦੀ ਗੱਲ ਕੀਤੀ ਹੈ, ਮਿੱਟੀ ਦੀ ਗੱਲ, ਘੁਮਿਆਰ ਦੀ ਕੀ ਕਰ ਸਕਦਾ। ਹੁਣ ਆਪਾਂ ਦੇਖਦੇ ਹਾਂ, ਇਹ ਤਾਂ ਸੀ ਘੜਾ ਦੀ ਗੱਲ ਇਨਸਾਨ ਦੀ, ਅਤੇ ਹੁਣ ਆਪਾਂ ਦੇਖਦੇ ਹਾਂ ਜੈਨੇਸਿਸ ਉਤਪਤ 2:7 ਦੇ ਵਿੱਚ ਅਸਲ ਦੇ ਵਿੱਚ ਪ੍ਰਭੂ ਨੇ ਸਾਨੂੰ ਕਿਸ ਤਰ੍ਹਾਂ ਬਣਾਇਆ। ਉਹਦੇ ਵਿੱਚ ਲਿਖਿਆ ਹੈ, ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਧਰਤੀ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਸਾਂ ਵਿੱਚ ਜੀਵਨ ਦਾ ਸਾਹ ਫੂਕ ਦਿੱਤਾ, ਜਿਸ ਨਾਲ ਆਦਮੀ ਜਿਉਂਦਾ ਪ੍ਰਾਣੀ ਬਣ ਗਿਆ। ਅਤੇ ਅਸੀਂ ਵੀ ਖੁਦ ਮਿੱਟੀ ਦੇ ਹੀ ਬਣੇ ਹੋਏ ਹਾਂ, ਅਤੇ ਰੱਬ ਨੇ ਸਾਨੂੰ ਮਿੱਟੀ ਤੋਂ ਹੀ ਬਣਾਇਆ ਆ, ਹਾਂਜੀ। ਅਤੇ ਉਹ ਮਿੱਟੀ ਤੋਂ ਬਣਾ ਕੇ ਸਾਡੇ ਵਿੱਚ ਸਾਹ ਫੂਕਿਆ ਆ, ਹਾਂਜੀ। ਅਤੇ ਫਿਰ ਰੱਬ ਖੁਦ ਕਹਿੰਦਾ ਆ, ਅਤੇ ਜਦੋਂ ਇਨਸਾਨ ਨੇ ਪਾਪ ਕਰ ਲਿਆ ਅਤੇ ਫਿਰ ਉਹ ਕਹਿੰਦਾ, ਉਹ ਆਪਣੇ 3 ਦੀ ਜੈਨੇਸਿਸ ਉਤਪਤ 3:19 ਦੇ ਵਿੱਚ ਲਿਖਿਆ ਹੈ, ਤੂੰ ਜੀਵਨ ਭਰ ਆਪਣੇ ਮੁੜਕੇ ਦੀ ਕਮਾਈ ਤੇ ਰੋਟੀ ਖਾਏਂਗਾ। ਅਤੇ ਇਹ ਜੋ ਆਦਮ ਨੂੰ ਕਹਿ ਰਿਹਾ ਉਤਪਤ 3:19 ਦੇ ਵਿੱਚ, ਤੂੰ ਜੀਵਨ ਭਰ ਆਪਣੇ ਮੁੜਕੇ ਦੀ ਕਮਾਈ ਦੀ ਰੋਟੀ ਖਾਏਂਗਾ, ਤੂੰ ਮਿੱਟੀ ਵਿੱਚੋਂ ਕੱਢਿਆ ਗਿਆ ਹੈ, ਮਤਲਬ ਤੂੰ ਮਿੱਟੀ 'ਚੋਂ ਬਣਾਇਆ ਸੀਗਾ, ਅਤੇ ਇਸ ਲਈ ਤੂੰ ਇਸੇ ਵਿੱਚ ਮਿਲ ਜਾਵੇਂਗਾ। ਵੀ ਤੂੰ ਮਿੱਟੀ 'ਚੋਂ ਬਣਾਇਆ ਸੀ ਅਤੇ ਮੁੜ ਕੇ ਤੂੰ ਮਰ ਕੇ ਮਿੱਟੀ ਵਿੱਚ ਹੀ ਮਿਲ ਜਾਊਗਾ। ਇੱਥੇ ਉਹਨੇ ਸਾਫ਼ ਸਾਫ਼ ਲਿਖਿਆ ਹੈ। ਇਹ ਉਦੋਂ ਰੱਬ ਨੇ ਉਹਨੂੰ ਕਿਹਾ ਜਦੋਂ ਆਦਮ ਨੇ ਗਲਤੀ ਕਰ ਲਈ, ਜਦੋਂ ਆਦਮ ਨੇ ਉਹ ਪਾਪ ਕਰ ਲਿਆ, ਉਦੋਂ ਜਦੋਂ ਰੱਬ ਨੇ ਉਸ ਨੂੰ ਸਾਫ਼ ਸਾਫ਼ ਕਿਹਾ ਸੀਗਾ। ਜਦੋਂ ਆਦਮ ਨੇ ਬਣਾਇਆ, ਰੱਬ ਨੇ ਆਦਮ ਨੂੰ ਬਣਾਇਆ, ਉਸ ਨੇ ਸਾਫ਼ ਸਾਫ਼ ਕਿਹਾ ਸੀਗਾ ਵੀ ਤੂੰ ਇਹ ਪਾਪ ਨਾ ਕਰੀ, ਤੂੰ ਇਹ ਕੰਮ ਨਾ ਕਰੀ, ਹਾਂਜੀ। ਵੀ ਤੂੰ ਉਹ ਫਲ ਨਹੀਂ ਖਾਈ, ਸਾਫ਼ ਸਾਫ਼ ਕਿਹਾ ਸੀਗਾ ਵੀ ਜਦੋਂ ਤੂੰ ਉਹ ਖਾਏਂਗਾ ਤੂੰ ਮਰੇਂਗਾ, ਹਾਂਜੀ। ਅਤੇ ਆਪਾਂ ਜੈਨੇਸਿਸ 3:15 ਅਤੇ 17 ਦੇ ਵਿੱਚ ਲਿਖਿਆ ਹੈਗਾ, ਉਸ ਦੇ ਵਿੱਚ ਲਿਖਿਆ, ਮੈਂ ਤੇਰੇ ਲਈ ਔਰਤ ਵਿੱਚ, ਅਤੇ ਉਹ ਮਤਲਬ ਉਸਨੇ ਉਦੋਂ
ਉਸਨੇ ਕਿਹਾ ਸੀਗਾ ਰੱਬ ਨੇ ਵੀ ਜਦੋਂ ਤੂੰ ਮਰਿਆ ਜਦੋਂ ਤੂੰ ਖਾਧਾ ਉਦੋਂ ਤੂੰ ਮਰੇਗਾ। ਉਹ ਹੈਗਾ 2:19 ਦੇ ਵਿੱਚ ਲਿਖਿਆ ਹੈ। ਉਹਦੇ ਵਿੱਚ ਦੇਖਦੇ ਹਾਂ ਹਾਂਜੀ 2:17 ਦੇ ਵਿੱਚ ਲਿਖਿਆ ਹੈ ਹਾਂਜੀ। ਪਰ ਭਲੇ ਤੇ ਪਰਮੇਸ਼ਰ ਆਦਮੀ ਨੂੰ 15 ਤੋਂ ਪੜ੍ਹਦੇ ਹਾਂ ਜੀ। ਪਰਮੇਸ਼ਰ ਆਦਮੀ ਨੂੰ ਲੈ ਕੇ ਆਦਮ ਦੇ ਬਾਗ ਵਿੱਚ ਰੱਖ ਦਿੱਤਾ ਤੇ ਉਸ ਨੂੰ ਬਾਗਬਾਨੀ ਕਰਨ ਲਈ ਕਿਹਾ। ਪਰਮੇਸ਼ਰ ਨੇ ਉਸ ਨੂੰ ਆਗਿਆ ਦਿੱਤੀ, ਤੂੰ ਬਾਗ ਦੇ ਹਰ ਰੁੱਖ ਦਾ ਫਲ ਖਾ ਸਕਦਾ ਹੈ, ਪਰ ਭਲੇ ਤੇ ਬੁਰੇ ਦੇ ਪਛਾਣ ਦੀ ਰੁੱਖ ਦਾ ਫਲ ਤੂੰ ਨਾ ਖਾਈਂ, ਕਿਉਂਕਿ ਜਿਸ ਦਿਨ ਤੂੰ ਉਸ ਰੁੱਖ ਦਾ ਫਲ ਖਾਏਂਗਾ ਉਸ ਦਿਨ ਜ਼ਰੂਰ ਤੂੰ ਮਰ ਜਾਵੇਂਗਾ। ਇੱਥੇ ਰੱਬ ਨੇ ਸਾਫ਼ ਲਿਖਿਆ ਹੈ ਵੀ ਜਿਸ ਦਿਨ ਤੂੰ ਇਹ ਭਲੇ ਤੇ ਬੁਰੇ ਵਾਲੀ ਇਹ ਪਛਾਣ ਦਾ ਦਰਖਤ ਜਿਹੜਾ ਫਲ ਤੂੰ ਖਾਏਂਗਾ ਉਸ ਦਿਨ ਤੂੰ ਮਰ ਜਾਏਗਾ। ਹਾਂਜੀ। ਤੇ ਉਹ ਜਦੋਂ ਆਦਮ ਨੇ ਜਦੋਂ ਉਹ ਫਲ ਖਾ ਲਿਆ ਤੇ ਉਸ ਦਿਨ ਉਹ ਮਰ ਗਿਆ ਰੂਹਾਨੀ ਤੌਰ ਤੇ। ਮਰਨਾ ਜਿਹੜਾ ਹੁੰਦਾ ਹੈ ਉਹ ਹੁੰਦਾ ਜੁਦਾਈ। ਜਦੋਂ ਇਨਸਾਨ ਮਰ ਜਾਂਦਾ ਹੈ, ਆਪਾਂ ਜਦੋਂ 50 60 100 70 ਸਾਲ ਜਿੰਨਾ ਵੀ ਜੀ ਕੇ ਉਹ ਮਰ ਜਾਂਦਾ, ਆਪਾਂ ਉਹ ਜੁਦਾਈ ਹੁੰਦੀ ਜਿਹੜੀ ਉਹਦੀ ਸਰੀਰ ਨਾਲ ਉਸਦੀ ਰੂਹ ਤੇ ਆਤਮਾ ਜੁਦੀ ਹੋ ਜਾਂਦੀ ਆ। ਉਹ ਜੁਦਾਈ ਨੂੰ ਮੌਤ ਕਹਿੰਦੇ ਆ। ਤੇ ਉਹ ਕਹਿੰਦਾ ਉਸ ਦਿਨ ਤੂੰ ਆਦਮ ਨੂੰ ਕਿਹਾ ਤੂੰ ਮਰਿਆ, ਉਸ ਦਿਨ ਉਸ ਦੀ ਰੱਬ ਨਾਲ ਜੁਦਾਈ ਹੋ ਗਈ। ਉਹ ਜੁਦਾਈ ਨੂੰ ਉਹ ਮੌਤ ਕਹਿੰਦੇ, ਮਤਲਬ ਉਹਦੀ ਰੂਹਾਨੀ ਤੌਰ ਤੇ ਮੌਤ ਹੋ ਗਈ। ਰੂਹਾਨੀ ਤੌਰ ਤੇ ਉਹ ਰੱਬ ਨਾਲੋਂ ਉਹ ਜੁਦਾ ਹੋ ਗਿਆ ਤੇ ਉਹਦੀ ਰੂਹਾਨੀ ਤੌਰ ਤੇ ਮੌਤ ਹੋ ਗਈ। ਹਾਂਜੀ। ਤੇ ਉਹ ਜਿਹੜੀ ਮੌਤ ਸੀਗੀ ਉਹਦੇ ਕੋਲ ਰੱਬ ਉੱਥੇ ਆਦਮ ਨੇ ਮਤਲਬ ਉੱਥੇ 2 ਦਰਖਤ ਸੀਗੇ। ਇੱਕ ਸੀਗਾ ਚੰਗੇ ਤੇ ਮਾੜੇ ਦੀ ਪਹਿਚਾਣ ਦਾ ਦਰਖਤ ਜਿਹੜਾ ਰੱਬ ਨੇ ਉਹਨੂੰ ਕਿਹਾ ਸੀਗਾ ਵੀ ਤੂੰ ਉਹ ਨਾ ਖਾਈ, ਨੌਲੇਜ ਗਿਆਨ ਦਾ ਦਰਖਤ। ਹਾਂਜੀ। ਤੇ ਦੂਜਾ ਸੀਗਾ ਜੀਵਨ ਦਾ ਦਰਖਤ। ਹਾਂਜੀ। ਤੇ ਉਹ ਆਪਾਂ ਦੇਖਿਆ ਹੈਗਾ। ਹਾਂਜੀ। ਆਪਣੇ ਉੱਥੇ 9 ਦੇ ਵਿੱਚ ਲਿਖਿਆ 2:9 ਦੇ ਵਿੱਚ, ਇਸ ਤਰ੍ਹਾਂ ਹਰ ਤਰ੍ਹਾਂ ਦੇ ਦੇਖਣ ਤੇ ਸੁੰਦਰ ਰੁੱਖ ਜ਼ਮੀਨ ਤੇ ਉੱਗ ਗਏ। ਬਾਗ ਦੇ ਵਿਚਕਾਰ ਪਰਮੇਸ਼ਵਰ ਨੇ 2 ਰੁੱਖ ਲਾਏ, ਇੱਕ ਜੀਵਨ ਤੇ ਦੂਜਾ ਭਲੇ ਤੇ ਬੁਰੇ ਦੀ ਪਛਾਣ ਦਾ ਦਰਖਤ। ਉੱਥੇ 2 ਦਰਖਤ ਸੀਗੇ। ਉਹ ਰੱਬ ਨੇ ਕਿਹਾ ਸੀਗਾ ਤੂੰ ਸਾਰੇ ਹੀ ਖਾ ਸਕਦਾ, ਪਰ ਆਹ ਨਹੀਂ। ਆਦਮ ਜੇ ਚਾਹੁੰਦਾ ਉਹ ਜੀਵਨ ਵਾਲੇ ਫਲ ਦਾ ਦਰਖਤ ਖਾ ਸਕਦਾ ਸੀਗਾ, ਪਰ ਹੁਣ ਜਦੋਂ ਅਗਰ ਉਹ ਇਹ ਦੋਨਾਂ ਤੋਂ ਫਰਜ਼ ਕਰ ਲਓ, ਆਦਮ ਇਹ ਦੋਨਾਂ ਤੋਂ ਦਰਖਤਾਂ ਤੋਂ ਹੀ ਜੇ ਨਾ ਖਾਂਦਾ ਸਾਰੀ ਉਮਰ, ਤੇ ਰੱਬ ਉਹਦੇ ਕੋਲ ਇਨਸਾਨ ਆਪਣੇ ਆਦਮ ਦੇ ਕੋਲ ਤੇ ਹਵਾ ਦੇ ਕੋਲ ਇਹ ਆਜ਼ਾਦ ਮਰਜ਼ੀ ਸੀ। ਉਹਨੂੰ ਇਹ ਕਿਹਾ ਸੀ ਤੂੰ ਇਹ ਨਾ ਖਾਈ, ਪਰ ਉਹਦੇ ਕੋਲ ਆਜ਼ਾਦ ਮਰਜ਼ੀ ਸੀ, ਉਹ ਖਾਵੇ ਚਾਹੇ ਨਾ ਖਾਵੇ। ਫਰਜ਼ ਕਰ ਲਓ ਉਹ ਦੋਨਾਂ ਦਰਖਤਾਂ ਤੋਂ ਇਹ ਨਾ ਖਾਂਦਾ ਤਾਂ ਉਸ ਦੀ ਮੌਤ ਫਿਜ਼ੀਕਲ ਮੌਤ ਹੋਣੀ ਸੀ, ਉਹਨੇ ਮਰ ਜਾਣਾ ਸੀਗਾ ਫਿਜ਼ੀਕਲੀ, ਪਰ ਰੂਹਾਨੀ ਤੌਰ ਤੇ ਰੱਬ ਦੇ ਨਾਲ ਉਹਨੇ ਜੁੜਿਆ ਰਹਿਣਾ ਸੀਗਾ। ਉਹਦੀ ਰੂਹਾਨੀ ਮੌਤ ਨਹੀਂ ਸੀ ਹੋਣੀ, ਫਿਜ਼ੀਕਲ ਮੌਤ ਹੋਣੀ ਸੀ, ਉਹਦੀ ਰੂਹਾਨੀ ਮੌਤ ਨਹੀਂ ਸੀ ਹੋਣੀ। ਕਿਉਂਕਿ ਜੇ ਉਹਦੀ ਜਦੋਂ ਆਪਾਂ 3:22 ਦੇ ਵਿੱਚ ਜਦੋਂ ਦੇਖਦੇ ਹਾਂ ਨਾ ਉਹਦੇ ਵਿੱਚ ਲਿਖਿਆ ਹੈ ਜਦੋਂ ਉਹਨੇ ਗਲਤੀ ਕਰ ਲਈ ਤੇ ਫਿਰ ਕੋਈ ਲਿਖਿਆ 3:22 ਵਿੱਚ ਲਿਖਿਆ, ਪ੍ਰਭੂ ਪਰਮੇਸ਼ਰ ਨੇ ਕਿਹਾ ਹੁਣ ਆਦਮੀ ਸਾਡੇ ਵਰਗਾ ਹੋ ਗਿਆ ਹੈ ਅਤੇ ਭਲੇ ਤੇ ਬੁਰੇ ਦਾ ਗਿਆਨ ਰੱਖਦਾ ਹੈ। ਹੋ ਸਕਦਾ ਹੈ ਉਹ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਜੋ ਵੀ ਤੋੜ ਕੇ ਖਾ ਲਵੇ ਤੇ ਹਮੇਸ਼ਾ ਤੱਕ ਜੀਵੇ। ਤੇ ਜੇ ਇਹ ਬਾਅਦ ਦੇ ਵਿੱਚ ਜਦੋਂ ਉਹ ਆਦਮ ਨੇ ਪਾਪ ਕਰ ਲਿਆ, ਜੇ ਇਹ ਬਾਅਦ ਦੇ ਵਿੱਚ ਇਹ ਜੀਵਨ ਦੇ ਦਰਖਤ ਦਾ ਫਲ ਖਾ ਲੈਂਦਾ ਤੇ ਉਹਨੇ ਸਦਾ ਲਈ ਜੀਣਾ ਸੀਗਾ, ਪਾਪ ਦੇ ਵਿੱਚ ਜੀਣਾ ਸੀਗਾ, ਰੱਬ ਤੋਂ ਹਮੇਸ਼ਾ ਦੇ ਲਈ ਦੂਰ। ਆਉਣ ਵਾਲੀਆਂ ਨਸਲਾਂ ਵੀ ਜਿੰਨੀਆਂ ਵੀ ਉਹ ਹਮੇਸ਼ਾ ਲਈ ਜੀਣੀਆਂ ਔਰ ਉਹਨਾਂ ਦੀ ਮੌਤ ਨਹੀਂ ਸੀ ਹੋਣੀ ਤੇ ਪਾਪ ਦੇ ਵਿੱਚ ਹੀ ਰਹਿਣੀ ਸੀ। ਜਿਸ ਤਰ੍ਹਾਂ ਰੱਬ ਨੇ ਕਿਹਾ ਆਪਣੇ ਤੂੰ ਖੂਨ ਪਸੀਨੇ ਦੀ ਕਮਾਈ ਕਰਕੇ ਕਾਮੇ, ਉੱਥੇ ਇਸੇ ਤਰ੍ਹਾਂ ਰਹਿਣਾ ਸੀ। ਫਿਰ ਉਸ ਦੀ ਸੈਲਵੇਸ਼ਨ ਮੁਕਤੀ ਦਾ ਕੁਛ ਨਹੀਂ ਸੀ ਹੋ ਸਕਦਾ, ਕਿਉਂਕਿ ਜੇ ਉਹ ਮਰਦਾ ਤਾਂ ਫਿਰ ਬਾਅਦ ਵਿੱਚ ਸੈਲਵੇਸ਼ਨ ਤਾਂ ਹੀ ਮਿਲਦੀ ਨਾ, ਫਿਰ ਸਦਾ ਲਈ ਰਹਿਣਾ ਸੀਗਾ।
ਤੇ ਰੱਬ ਨੇ ਇਹੀ ਭਲਾ ਸੀਗਾ ਵੀ ਉਹਨੂੰ ਉਹ ਫਲ ਨਾ ਖਾਣ ਦਿੱਤਾ, ਉਹਦੇ ਦੁਆਲੇ ਪਹਿਰਾ ਲਾ ਦਿੱਤਾ, ਤਾਂ ਕਿ ਹੁਣ ਇਹ ਪਾਪ ਦੇ ਵਿੱਚ ਇਹ ਸਦਾ ਲਈ ਇਹ ਇੱਦਾਂ ਨਾ ਹੋਏ ਮਰੇ ਨਾ, ਤੇ ਇਹ ਸਦਾ ਲਈ। ਤੇ ਇਸ ਕਰਕੇ ਰੱਬ ਨੇ ਉਹ ਜਿਹੜੀ ਹੈਗਾ ਉਹਦਾ ਉਸ ਨੂੰ ਨਹੀਂ ਖਾਣ ਦਿੱਤਾ, ਤਾਂ ਕਿ ਫਿਰ ਦੂਸਰਾ ਇਹ ਸੀਗਾ ਇਹ ਆਪਸ਼ਨ। ਹਾਂਜੀ, ਤੇ ਜੇ ਆਦਮ ਆਹ ਜਿਹੜਾ ਫਲ ਮਨਾ ਕੀਤਾ ਸੀਗਾ ਉਹ ਨਾ ਖਾ ਕੇ ਇਹ ਪਹਿਲਾਂ ਖਾ ਲੈਂਦਾ ਆਪਣੇ ਜੀਵਨ ਦੇ ਦਰੱਖਤ ਵਾਲਾ, ਫਿਰ ਉਹਨੇ ਨਹੀਂ ਸੀਗਾ ਮਰਨਾ ਤੇ ਉਹਨੇ ਪਾਪ ਦੇ ਵਿੱਚ ਨਹੀਂ ਸੀਗਾ ਜੀਣਾ, ਸਦਾ ਲਈ ਜੀਣਾ ਸੀਗਾ। ਇਹ ਆਦਮ ਦੇ ਕੋਲ ਆਪਸ਼ਨ ਸੀਗੀ, ਪਰ ਉਹ ਜੀਵਨ ਦੇ ਦਰੱਖਤ ਵਾਲਾ ਫਲ ਖਾ ਸਕਦਾ ਸੀਗਾ, ਪਰ ਉਹਨੇ ਗਲਤ ਦਰੱਖਤ ਦਾ ਫਲ ਖਾ ਲਿਆ ਜਿਹੜਾ ਉਹਨੂੰ ਮਨਾ ਕੀਤਾ ਸੀਗਾ। ਜਿਹੜਾ ਮਨਾ ਕੀਤਾ, ਜਿਹੜੀ ਰੱਬ ਦੇ ਹੁਕਮ ਦੀ ਉਲੰਘਣਾ ਆ, ਉਹ ਪਾਪ ਆ। ਤੇ ਫਿਰ ਉਹਦੇ ਜਦੋਂ ਆਦਮ ਨੇ ਉਹ ਪਾਪ ਕਰ ਲਿਆ, ਉਹਦੇ ਕਰਕੇ ਸਾਰਾ ਕੁਝ ਜੋ ਆਦਮ ਨੂੰ ਦਿੱਤਾ ਗਿਆ ਸੀਗਾ, ਪੂਰੀ ਧਰਤੀ ਦਾ ਰਾਜ, ਜੀਵਨ, ਆਪਣੇ ਜਾਨਵਰ, ਸਾਰਾ ਕੁਝ, ਉਹ ਸਾਰਿਆਂ ਦੇ ਉੱਪਰ ਸਰਾਫ ਆ ਗਿਆ। ਤੇ ਉੱਥੇ ਫਿਰ ਆਪਾਂ 3:15 ਦੇ ਵਿੱਚ ਦੇਖਦੇ ਹੈਗੇ ਹਾਂ, ਰੱਬ ਨੇ ਇੱਕ ਵਾਅਦਾ ਵੀ ਕੀਤਾ ਆ। 3:15 ਦੇ ਵਿੱਚ, ਉਤਪਤ 3:15 ਦੇ ਵਿੱਚ ਲਿਖਿਆ ਹੈਗਾ, ਤੇ ਮੈਂ ਤੇ ਉਹ, ਕਿ ਆਪਾਂ ਨੂੰ ਸਾਰੀ ਸਟੋਰੀ ਦਾ ਪਤਾ ਹੈ ਨਾ, ਸ਼ੈਤਾਨ ਦੇ ਵਿੱਚ ਦੀ ਹੋ ਕੇ, ਸੱਪ ਦੇ ਵਿੱਚ ਦੀ ਹੋ ਕੇ ਸ਼ੈਤਾਨ ਨੇ ਭਰਮਾ ਲਿਆ, ਉਹਨੂੰ ਭੁਲੇਖੇ 'ਚ ਪਾ ਕੇ ਉਹ ਪਾਪ ਕਰਵਾ ਦਿੱਤਾ। ਤੇ ਇੱਥੇ ਆਪਾਂ ਦੇਖਦੇ ਹੈਗੇ ਹਾਂ, ਫਿਰ ਰੱਬ ਇੱਕ ਵਾਅਦਾ ਕਰਦਾ ਇੱਥੇ ਕਿ ਮੈਂ ਤੇਰੀ ਤੇ ਔਰਤ ਵਿੱਚ ਤੇ ਤੇਰੀ ਸੰਤਾਨ ਤੇ ਔਰਤ ਦੀ ਸੰਤਾਨ ਵਿੱਚ ਵੈਰ ਪਾਵਾਂਗਾ, ਉਹ ਤੇਰੀ ਸਿਰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਡੰਗੇਗਾ। ਇੱਥੇ ਕੋਈ ਰੱਬ ਵਾਅਦਾ ਕਰ ਰਿਹਾ ਆ ਵੀ ਜਿਹੜੀ ਔਰਤ ਦੀ ਸੰਤਾਨ ਦੇ ਵਿੱਚ ਕੋਈ ਆਏਗਾ, ਉਹ ਸ਼ੈਤਾਨ ਜਿਸ ਨੇ ਪਾਪ ਕਰਵਾਇਆ, ਉਹ ਤੇਰਾ ਸਿਰ ਫੇਵੇਂਗਾ, ਇਹ ਰੱਬ ਕਹਿ ਰਿਹਾ ਹੈ। ਹਾਂਜੀ, ਤੇ ਫਿਰ ਆਪਾਂ ਅੱਗੇ ਦੇਖਦੇ ਹੈਗੇ ਹਾਂ, ਤੇ ਇਹ ਰੱਬ ਨੇ ਵਾਅਦਾ ਕੀਤਾ ਵੀ ਇਸ ਤਰ੍ਹਾਂ ਹੋਏਗਾ। ਹਾਂਜੀ, ਫਿਰ ਆਪਾਂ ਅੱਗੇ ਦੇਖਦੇ ਹੈਗੇ ਹਾਂ, ਰੱਬ ਅੱਗੇ ਫਿਰ ਦੇਖਿਆ ਵੀ ਦੁਨੀਆ ਹੋਰ ਵੱਧਦੀ ਗਈ, ਔਰ ਜਦੋਂ ਇਨਸਾਨ ਨੇ ਪਾਪ ਕੀਤਾ, ਦੁਨੀਆ ਸਾਰੀ ਪਾਪ ਦੇ ਵਿੱਚ ਹੋ ਗਈ, ਪਾਪ ਵੱਧਦਾ ਗਿਆ। ਤੇ ਫਿਰ ਆਪਾਂ ਦੇਖਦੇ ਹੈਗੇ ਹਾਂ, ਉਤਪਤ 6:9 ਤੋਂ 13 ਦੇ ਵਿੱਚ ਦੇਖਦੇ ਹੈਗੇ ਹਾਂ। ਹਾਂਜੀ, ਉਤਪਤ ਜੈਨੇਸਿਸ 6:9 ਤੋਂ 13 ਦੇ ਵਿੱਚ, ਉਹਦੇ ਵਿੱਚ ਉਹ ਨੋਆ ਦੇ ਟਾਈਮ ਦੀ ਗੱਲ ਆ। ਤੇ ਉਹਦੇ ਵਿੱਚ ਦੇਖਦੇ ਹੈਗੇ ਆ, ਪਾਪ ਇੰਨਾ ਵੱਧ ਗਿਆ ਸੀਗਾ, ਤੇ ਰੱਬ ਨੂੰ ਫਿਰ ਉਦੋਂ ਵੀ ਸਾਰਾ ਕੁਝ ਤਬਾਹ ਕਰਨਾ ਪਿਆ, ਔਰ ਸਿਰਫ ਨੋਆ ਦਾ ਪਰਿਵਾਰ ਹੀ ਬਚਿਆ ਸੀਗਾ ਜਿਹੜਾ ਧਰਮੀ ਸੀਗਾ। ਉਹਦੇ ਵਿੱਚ ਲਿਖਿਆ ਹੈ ਆਪਣੇ ਉਤਪਤ 6:9 ਤੋਂ 13 ਦੇ ਵਿੱਚ, ਨੌ ਦਾ ਵੰਸ਼ ਦਾ ਲੇਖਾ ਇਸ ਤਰ੍ਹਾਂ ਹੈ। ਨੌ ਇੱਕ ਕੁੱਲ ਮਨੁੱਖੀ ਸੀ, ਉਹ ਆਪਣੇ ਲੋਕਾਂ ਵਿੱਚ ਨਿਹਕਲੰਕ ਸੀ, ਮਤਲਬ ਉਸ ਦੇ ਵਿੱਚ ਕੋਈ ਪਾਪ ਨਹੀਂ ਸੀਗਾ, ਧਰਮੀ ਸੀਗਾ। ਉਹ ਹਰ ਸਮੇਂ ਪਰਮੇਸ਼ਰ ਦੇ ਰਾਹ 'ਤੇ ਚੱਲਦਾ ਸੀ, ਸਾਫ਼ ਲਿਖਿਆ। ਹਾਂਜੀ, ਤੇ ਉਹ 3 ਪੁੱਤਰ ਸ਼ੇਮ, ਹਾਮ ਤੇ ਯਾਸਫ ਸਨ। ਨੌ ਨੇ ਸਮੇਂ ਧਰਤੀ 'ਤੇ ਸਭ ਲੋਕ ਪਰਮੇਸ਼ਰ ਸਾਹਮਣੇ ਵਿਗੜ ਚੁੱਕੇ ਸਨ। ਧਰਤੀ ਹਿੰਸਾ ਨਾਲ ਭਰ ਗਈ ਸੀ। ਤਦ ਪਰਮੇਸ਼ਵਰ ਨੇ ਦੇਖਿਆ ਕਿ ਸਭ ਸੰਸਾਰ ਭ੍ਰਸ਼ਟ ਹੋ ਚੁੱਕਾ ਹੈ ਅਤੇ ਸਭ ਪ੍ਰਾਣੀ ਬੁਰਾ ਜੀਵਨ ਗੁਜ਼ਾਰ ਰਹੇ ਹਨ। ਪਰਮੇਸ਼ਵਰ ਨੇ ਨੌ ਨੂੰ ਕਿਹਾ, ਮੈਂ ਸਭ ਪ੍ਰਾਣੀਆਂ ਨੂੰ ਨਾਸ਼ ਕਰਨ ਦਾ ਫੈਸਲਾ ਕੀਤਾ ਹੈ। ਮੈਂ ਉਹਨਾਂ ਨੂੰ ਧਰਤੀ ਸਮੇਤ ਖਤਮ ਕਰ ਦੇਵਾਂਗਾ, ਕਿਉਂਕਿ ਧਰਤੀ ਦੇ ਹਰ ਪਾਸੇ ਹਿੰਸਾ ਭਰ ਚੁੱਕੀ ਹੈ। ਵੀ ਉਦੋਂ ਜਦੋਂ ਆਪਾਂ ਦੇਖਿਆ, ਜਦੋਂ ਨੋਆ ਦੇ ਟਾਈਮ 'ਤੇ ਉਹ ਆਪਣਾ ਆਇਆ, ਸਭ ਨੂੰ ਨਾਲ ਆਪਣੇ ਜਾਨਵਰ ਵੀ ਇੱਕ ਜੋੜਾ, ਉਹ ਸਾਰਾ ਬੱਚਾ, ਤੁਹਾਨੂੰ ਸਾਰਾ ਪਤਾ ਹੈ ਤੇ ਪੜ੍ਹ ਸਕਦੇ ਤੁਸੀਂ ਇੱਥੇ ਵਿੱਚ। ਤੇ ਉਦੋਂ ਵੀ ਨੋਹ ਆਪਣੇ ਰੱਬ, ਜਦੋਂ ਪਾਪ ਬਹੁਤ ਵੱਧ ਜਾਂਦਾ ਆ ਤੇ ਉਹ ਧਰਤੀ 'ਤੇ ਖਰਾਬੀ, ਸਾਰਾ ਕੁਛ ਪਾਪ ਨੂੰ ਖਤਮ ਕਰਨ ਦੇ ਵਾਸਤੇ ਉਹ ਇਸ ਤਰ੍ਹਾਂ ਕਰਦਾ ਆ। ਪਰ ਆਪਾਂ ਪਹਿਲਾਂ ਇਹ ਵੀ ਦੇਖਿਆ, ਅਗਰ ਉਹ ਪਛਤਾਤਾਪ ਕਰਦੇ ਤਾਂ ਰੱਬ ਕਹਿੰਦਾ ਮੈਂ ਬਰਬਾਦ ਕਰਨ ਦਾ, ਸਭ ਨੂੰ ਖਤਮ ਕਰਨ ਦਾ ਫੈਸਲਾ ਬਦਲ ਵੀ ਸਕਦਾ ਆ।
ਹਾਂਜੀ। ਪਰ ਉਹ ਇੰਨਾ ਪਾਪ ਵੱਧ ਗਿਆ ਸੀਗਾ ਔਰ ਉਹ ਰੱਬ ਦੇ ਰਾਹ ਤੋਂ ਦੂਰ ਹੋ ਗਏ ਸੀਗੇ ਅਤੇ ਰੱਬ ਨੇ ਉਹਨਾਂ ਸਭ ਨੂੰ ਖਤਮ ਕਰ ਦਿੱਤਾ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਅੱਗੇ ਸੰਤਾਨ ਵੱਧਦੀ ਗਈ ਔਰ ਰੱਬ ਦਾ ਉਹ ਜਿਹੜਾ ਫੈਸਲਾ ਇੱਕ ਆਏਗਾ ਜਿਹੜਾ ਸ਼ੈਤਾਨ ਦੇ ਸਿਰ ਨੂੰ ਕੁਚਲੇਗਾ, ਅਤੇ ਉਹਦੇ ਵਿੱਚ ਵੀ ਅੱਗੇ ਦੇਖਦੇ ਹਾਂ। ਅਤੇ ਉਸ ਤੋਂ ਬਾਅਦ ਜਦੋਂ ਫਿਰ ਨੋਵਾ ਦੇ ਆਪਣੇ ਪਰਿਵਾਰ ਤੋਂ ਅੱਗੇ ਸਾਰੇ ਸੰਸਾਰ ਫਿਰ ਹੋਰ ਵੱਧਦਾ ਗਿਆ ਅਤੇ ਕਾਫੀ ਵੱਧ ਗਏ, ਉਦੋਂ ਫਿਰ ਮੂਰਤੀ ਪੂਜਾ ਹੋਰ ਸਾਰੇ ਕੰਮ ਪਾਪ ਸਾਰਾ ਕੁਝ ਫਿਰ ਵੱਧ ਗਿਆ ਸੀਗਾ। ਅਤੇ ਉਸ ਸਮੇਂ ਫਿਰ ਰੱਬ ਨੇ ਇਹਨਾਂ ਆਪਣੇ ਇਬਰਾਹਿਮ ਨੂੰ ਚੁਣਿਆ, ਅਤੇ ਉਹਦੇ ਵਿੱਚ ਆਪਾਂ ਦੇਖਦੇ ਹੈਗੇ ਹਾਂ ਉਤਪਤ 12:1-3 ਦੇ ਵਿੱਚ ਲਿਖਿਆ ਹੈ। ਉਤਪਤ 12:1-3 ਦੇ ਵਿੱਚ ਲਿਖਿਆ ਹੈ, ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੂੰ ਆਪਣਾ ਦੇਸ਼, ਸੰਬੰਧੀਆਂ ਅਤੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਧਰਤੀ 'ਤੇ ਜਾ ਜਿਸ ਬਾਰੇ ਮੈਂ ਤੈਨੂੰ ਦੱਸਾਂਗਾ। ਮੈਂ ਤੇਰੇ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ ਜੋ ਤੈਨੂੰ ਅਸੀਸ ਦੇਵੇਗਾ। ਤੇਰੇ ਨਾਂ ਉੱਚਾ ਹੋਵੇ ਤਾਂ ਤੂੰ ਅਸੀਸ ਦਾ ਕਾਰਨ ਹੋਵੇਗਾ। ਹਾਂਜੀ। ਪਰ ਅਸੀਸ ਦੇਣ ਵਾਲਿਆਂ ਨੂੰ ਮੈਂ ਅਸੀਸ ਦੇਵਾਂਗਾ, ਪਰ ਤੇਰੇ ਸਰਾਪ ਦੇਣ ਵਾਲਿਆਂ ਨੂੰ ਮੈਂ ਸਰਾਪ ਦੇਵਾਂਗਾ। ਤੇਰੇ ਦੁਆਰਾ ਧਰਤੀ ਦੇ ਸਭ ਲੋਕ ਅਸੀਸ ਪ੍ਰਾਪਤ ਕਰਨਗੇ। ਹੁਣ ਜਦੋਂ ਸਾਰੇ ਪਾਸੇ ਲੋਕੀ ਪਾਪ ਦੇ ਵਿੱਚ ਸੀਗੇ, ਮੂਰਤੀ ਪੂਜਾ ਵੀ ਚੱਲ ਪਈ ਔਰ ਸਾਰਾ ਇਹ ਪਾਪ ਹੋਰ ਹੋ ਗਿਆ, ਉੱਥੋਂ ਇਹ ਰੱਬ ਨੇ ਇਬਰਾਹਿਮ ਨੂੰ ਚੁਣਿਆ ਵੀ ਤੂੰ ਇਹ ਆਪਣਾ ਘਰ-ਬਾਰ ਛੱਡ ਕੇ ਜਿੱਥੇ ਵੱਖਰਾ ਕਰ ਲਿਆ ਉਹਨੂੰ, ਵੀ ਤੂੰ ਮੇਰੇ ਨਾਲ ਚੱਲ, ਮੈਂ ਤੇਰੇ ਵਿੱਚੋਂ ਇੱਕ ਕੌਮ ਕੱਢਾਂਗਾ, ਇੱਕ ਦੇਸ਼ ਬਣਾਵਾਂਗਾ ਔਰ ਮੈਂ ਤੈਨੂੰ ਬਰਕਤ ਦਊਂਗਾ ਔਰ ਤੇਰੇ ਦੁਆਰਾ ਸਾਰੀ ਦੁਨੀਆ 'ਤੇ ਬਰਕਤ ਪਾਊਂਗੇ, ਔਰ ਜਿਹੜਾ ਤੈਨੂੰ ਗਲਤ ਕਹੂਗਾ, ਸਰਾਪ ਦਊਗਾ, ਉਹਨੂੰ ਮੈਂ ਸਰਾਪ ਦਊਂਗਾ। ਇੱਕ ਇਹ ਰੱਬ ਨੇ ਇਬਰਾਹਿਮ ਦੇ ਨਾਲ ਨੇਮ ਬਾਂਧਿਆ, ਅਤੇ ਉਹ ਆਪਾਂ ਨੂੰ ਪਤਾ ਹੈ ਉਸ ਵਿੱਚੋਂ ਫਿਰ ਇਜ਼ਰਾਈਲ ਕੌਮ ਨਿਕਲੀ ਔਰ ਰੱਬ ਨੇ ਇਹ ਵੀ ਉਹਨੂੰ ਵਾਅਦਾ ਕੀਤਾ ਵੀ ਮੈਂ ਤੈਨੂੰ ਇਸ ਜਗ੍ਹਾ, ਇਸ ਧਰਤੀ 'ਤੇ ਮੈਂ ਤੈਨੂੰ ਲੈ ਕੇ ਜਾਊਂਗਾ ਔਰ ਉਹਨੂੰ ਦਿਖਾਇਆ। ਪਰ ਰੱਬ ਬਹੁਤ ਧੀਰਜਵਾਨ ਆ ਔਰ ਉਹ ਐਵੇਂ ਨਹੀਂ ਕਿਸੇ ਨੂੰ ਬਰਬਾਦ ਕਰਦਾ, ਕਿਸੇ ਕੌਮ ਨੂੰ ਮਾਰਦਾ। ਅਤੇ ਆਪਾਂ ਫਿਰ ਇੱਥੇ ਦੇਖਦੇ ਹੈਗੇ ਹਾਂ ਰੱਬ ਨੇ ਵਾਅਦਾ ਕਰ ਲਿਆ, ਜਿਹੜਾ ਮੁਲਕ ਆ, ਆਹ ਦੇਖ, ਜਿਹੜੀ ਸਾਰਾ ਧਰਤੀ ਆ ਇਜ਼ਰਾਈਲ ਦੇ ਕੋਲ ਉਸ ਧਰਤੀ 'ਤੇ ਲੈ ਗਿਆ। ਉਦੋਂ ਹਾਲੇ ਇਜ਼ਰਾਈਲ ਨਹੀਂ ਸੀ ਮਿਲਿਆ, ਉਦੋਂ ਉੱਥੇ ਜਿਹੜੇ ਹੋਰ ਉਸ ਟਾਈਮ ਦੇ ਲੋਕ ਰਹਿੰਦੇ ਸੀਗੇ ਪਾਪ ਵਿੱਚ ਸੀਗੇ ਔਰ ਕਹਿੰਦੇ ਮੈਂ ਤੈਨੂੰ ਆਹ ਦੇਖ, ਤੈਨੂੰ ਮੈਂ ਆਹ ਸਾਰਾ ਕੁਛ ਦਊਂਗਾ, ਜਿੱਥੇ ਤੱਕ ਤੈਨੂੰ ਉਹ ਦੇਖਿਆ। ਪਰ ਕਹਿੰਦਾ ਹਾਲੇ ਨਹੀਂ। ਅਤੇ ਉਹ ਕਾਹਦੇ ਹਾਲੇ ਨਹੀਂ? ਰੱਬ ਨੂੰ ਹੌਲੀ ਹੌਲੀ ਸਾਰੇ ਕੰਮ ਕਰਦਾ, ਧੀਰਜ ਨਾਲ ਕਰਦਾ, ਸਹੀ ਸਮੇਂ 'ਤੇ ਕਰਦਾ ਔਰ